ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਮਹੱਲਾ ਤੀਜਾ। ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਸਦਾ ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ ਇਹ ਜਗਤ ਇੱਕ ਤਮਾਸ਼ਾ ਰਚਿਆ ਹੋਇਆ ਹੈ, ਇੱਕ ਖੇਡ ਰਚੀ ਹੋਈ ਹੈ। ਇਸ ਵਿੱਚ ਉਸਨੇ ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ, ਵੱਖੋ ਵੱਖ ਹੈ। ਹੁਣ ਦੇਖੋ, ਇੱਕ ਦਾ ਚਿਹਰਾ ਦੂਜੇ ਦੇ ਨਾਲ ਮਿਲਦਾ ਹੈ? ਬਿਲਕੁਲ ਹੀ ਨਹੀਂ ਮਿਲਦਾ। ਕਿੰਨੀ ਵੱਡੀ ਉਸ ਅਕਾਲ ਪੁਰਖ ਦੀ ਕਲਾਕਾਰੀ ਹੈ। ਹਰੇਕ ਚਿਹਰਾ ਵੱਖੋ ਵੱਖ ਹੈ। ਇਸ ਕਰਕੇ ਤਾਂ ਹੀ ਤਾਂ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅੰਦਾਜ਼ਾ ਲਾਇਆ ਜਾ ਸਕਦਾ। ਤਾਂ ਸਤਿਗੁਰੂ ਪਾਤਸ਼ਾਹ ਇਹੀ ਸਮਝਾ ਰਹੇ ਹੈ ਕਿ ਕੋਈ ਵੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਭਾਵ ਫਿਰ ਫਰਮਾਨ ਹੈ, ਆਪੇ ਫਰਕ ਕਰੇ ਵੇਖ ਵਿਗਸੈ, ਸਭ ਰਸ ਦੇਹੀ ਮਾਹੇ। ਕਹਿੰਦੇ ਆਪ ਹੀ ਜੀਵਾਂ ਵਿੱਚ ਫਰਕ ਪੈਦਾ ਕਰਦਾ ਹੈ ਤੇ ਇਹ ਫਰਕ ਵੇਖ ਕੇ ਖੁਸ਼ ਹੁੰਦਾ ਹੈ ਉਹ ਅਕਾਲ ਪੁਰਖ। ਫਿਰ ਉਸਨੇ ਸਰੀਰ ਦੇ ਵਿੱਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ, ਰਸ ਪੈਦਾ ਕਰ ਦਿੱਤੇ। ਸਭ ਰਸ ਦੇਹੀ ਮਾਹਾ ਹੀ। ਦੇਹੀ ਦੇ ਵਿੱਚ, ਇਸ ਸਰੀਰ ਦੇ ਵਿੱਚ ਕਿੰਨੇ ਰਸ, ਕਿਸੇ ਨੂੰ ਖਾਣ ਦਾ ਚਸਕਾ, ਕਿਸੇ ਨੂੰ ਪਹਿਨਣ ਦਾ ਚਸਕਾ, ਕਿਸੇ ਨੂੰ ਕਿਸੇ ਤਰ੍ਹਾਂ ਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਕਿੰਨੇ ਚਸਕੇ ਇਸ ਸਰੀਰ ਦੇ ਵਿੱਚ ਭਰ ਦਿੱਤੇ ਉਸਨੇ। ਫਿਰ ਫਰਮਾਨ ਹੈ, ਵਾਜੈ ਪਾਉਣ ਤੈ ਆਪ ਵਜਾਏ, ਸਿਵ ਸ਼ਕਤੀ ਦੇਹੀ ਮਹਿ ਪਾਏ। ਹੇ ਪ੍ਰਭੂ, ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿੱਚ ਸਵਾਸਾਂ ਦਾ ਵਾਜਾ ਵੱਜ ਰਿਹਾ ਹੈ, ਭਾਵ ਸਵਾਸ ਚੱਲ ਰਿਹਾ ਹੈ। ਤੂੰ ਆਪ ਹੀ ਇਹ ਸਵਾਸਾਂ ਦੇ ਵਾਜੇ ਵਜਾ ਰਿਹਾ ਹੈ। ਕਹਿੰਦੇ ਹੇ ਭਾਈ, ਪਰਮਾਤਮਾ ਨੇ ਸਰੀਰ ਵਿੱਚ ਜੀਵ, ਆਤਮਾ ਤੇ ਮਾਇਆ ਦੋਵੇਂ ਹੀ ਪਾ ਦਿੱਤੇ ਹਨ। ਉਸ ਅਕਾਲ ਪੁਰਖ ਨੇ ਸਰੀਰ ਦੇ ਵਿੱਚ ਮਾਇਆ ਵੀ ਪਾਈ ਹੈ ਤੇ ਜੀਵ ਆਤਮਾ ਵੀ ਹੈ। ਫਿਰ ਫਰਮਾਨ ਹੈ, ਗੁਰ ਪ੍ਰਸਾਦੀ
उल्टी होवै ज्ञान रतन शब्द ताहा है। गुरु की कृपा नाल जिस मनुख की सुरत माया वल्लों परतदी है, उसनूं आत्मक जीवन वाला श्रेष्ठ गुर शब्द प्राप्त हो जाता है। भी दोने है शरीर के अंदर, माया भी है जीवात्मा भी। जिहदा ध्यान जीवात्मा वाले पासे है, आत्मा परात्मा एक होकर है, वो परमात्मा का अंश है। उस पासे जिहदा मन लग गया वो आत्मक आनंद मान लेंदा, परमात्मा के नाम में जुड़ जाता है। जिहदा मन माया वाले पासे लग गया, दोनों चों, तां फिर वो उस तरह का ही मान लो उहदा उधर फिर मन गिर जाता है। तो फिर फरमान है अंधेरा चानन आपे किया, एको वरतै अवर न बीया। नहीं भाई, माया दे मोह दा हनेरा अते आत्मक जीवन की सूझ दा चानन प्रभु ने आप ही बनाया है। सारे जगत विच परमात्मा आप ही व्यापक है, उस तो बिना कोई होर नहीं है। गुर प्रसादी आप पछाणै, कमल विगसै बुद्ध ताहा ही। जिहड़ा मनुख गुरु की कृपा नाल अपने आत्मक जीवन नूं पड़तालदा रहिंदा है, उसका हिरदा कौल फुल खिड़िया रहिंदा है, भाव उहदे अंदर आनंद बनिया रहिंदा है। उसनूं आत्मक जीवन की परख करन वाली अकल प्राप्त होई रहिंदी है। फिर अगे फरमान है अपनी गहन गत आपे जानै, होर लोक सुन सुन आख वखाणै। हे भाई, अपनी डूंगी आत्मक अवस्था परमात्मा आप ही जानदा है। जगत दा दूजा जगत तां दूजिया पासों सुन सुन के फिर आख के होरनां नूं सुणाउंदा है। एक तो सुन के फिर गांह उसनूं गांह सुणाउंदा है, उस तो अगे भी सुन सुन के एक दूजे तो गांह दी गांह सुणाउंदा रहिंदा है। जगत है जिहड़ा ये भी एक बंदे ने कुछ सुनिया, उन्हें गांह दसां नूं सुनाया, वो दसां ने गांह होरां नूं सुनाया। यानी कि एक दूजे तो सुन के ते गांह दी गांह करदा रहिंदा है। पर परमात्मा तां अपने आप दे विच आप ही आत्मक अवस्था नूं अपनी नूं जानदा है। फिर फरमान है ज्ञानी होवै सो गुरमुख बूझै, साची सिफत सलाह ही। जिहड़ा मनुख आत्मक जीवन की सूझ वाला हो जाता है, जिन्हों ज्ञान प्राप्त हो जाता है, वो गुरु के सन्मुख रह के इस भेत नूं समझदा है ते वो प्रभु की सदा कायम रहने वाली सिफत सलाह करता रहिंदा है। फिर अगे फरमान है देही अंदर वस्त अपार, आपे कपट खुलावन हार। नेह भाई, मनुख दे शरीर दे विच ही बेअंत परमात्मा दा नाम पदार्थ मौजूद है, पर मनुख दी मत दे दुआले माया दे मोह दे भित
ਵੱਜੇ ਰਹਿੰਦੇ ਹੈ। ਭਿੱਤ ਮਤਲਬ ਦਰਵਾਜ਼ੇ, ਮਾਇਆ ਦੇ ਮੋਹ ਦੇ ਦਰਵਾਜ਼ੇ ਉਹਦੀ ਮੱਤ ਦੇ ਦੁਆਲੇ ਵੱਜੇ ਰਹਿੰਦੇ ਹੈ। ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ। ਫਿਰ ਫਰਮਾਨ ਹੈ, ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹੇ। ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਫਿਰ ਅੱਗੇ ਫਰਮਾਨ ਹੈ, ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕੋ ਗੁਰ ਸ਼ਬਦ ਬੁਝਾਏ। ਕਹਿੰਦੇ ਹੇ ਭਾਈ, ਪਰਮਾਤਮਾ ਨੇ ਮਨੁੱਖ ਦੇ ਸਰੀਰ ਦੇ ਵਿੱਚ ਹੀ ਸਾਰੇ ਚਸਕੇ ਵੀ ਰਸ ਯਾਨੀ ਕਿ ਪਾ ਦਿੱਤੇ ਹੋਏ ਹਨ। ਨਾਮ ਵਸਤੂ ਨੂੰ ਇਹ ਕਿਵੇਂ ਲੱਭੇ? ਇਹ ਚਸਕੇ ਜਿਹੜੇ ਇਹ ਲੱਭਣ ਨਹੀਂ ਦਿੰਦੇ। ਕਿਸੇ ਵਿਰਲੇ ਨੇ ਗੁਰੂ ਆਪਣੇ ਸ਼ਬਦ ਦੀ ਸੂਝ ਬਖਸ਼ਦਾ ਕਿਸੇ ਵਿਰਲੇ ਨੂੰ। ਜਿਹੜਾ ਗੁਰਬਾਣੀ ਦੇ ਨਾਲ ਸ਼ਬਦ ਨਾਲ ਜੁੜਦਾ ਹੈ, ਉਹ ਯਾਨੀ ਕਿ ਇਸ ਭੇਤ ਨੂੰ, ਉਸ ਪਰਮਾਤਮਾ ਦੀ ਇਸ ਕਲਾ ਨੂੰ, ਇਸ ਖੇਡ ਨੂੰ ਉਹ ਸਮਝਦਾ ਹੈ। ਤੇ ਨਹੀਂ ਤਾਂ ਹੋਰ ਕਿਸੇ ਤਰੀਕੇ ਨਾਲ ਇਹ ਸਮਝ ਆਉਣੀ ਬੜੀ ਮੁਸ਼ਕਲ ਹੈ। ਫਿਰ ਅੱਗੇ ਫਰਮਾਨ ਹੈ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹੇ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਓਟ ਆਸਰਾ ਲੈ ਕੇ ਫਿਰ ਜਿਹੜੇ ਸ਼ਬਦ ਨਾਲ ਜੁੜਦੇ ਹੈ, ਜਿਹਨੂੰ ਸੂਝ ਬਖਸ਼ ਦਿੰਦਾ ਪਰਮਾਤਮਾ ਸ਼ਬਦ ਦੇ ਰਾਹੀਂ, ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ। ਆਪਦੇ ਕਹਿਣ ਦਾ ਭਾਵ ਆਪਦੇ ਅੰਦਰ ਝਾਤੀ ਮਾਰਦਾ ਹੈ ਵੀ ਕੀ ਮੈਂ ਅਗਲੇ ਦੂਸਰੇ ਨੂੰ ਕਹਿਣ ਤੋਂ ਪਹਿਲਾਂ ਕਿ ਮੈਂ ਪੂਰਾ, ਮੈਂ ਕਹਿਣ ਜੋਗਾ ਹੈ। ਯਾਨੀ ਕਿ ਉਹ ਆਪਦੇ ਅੰਦਰ ਕਿਸੇ ਦੀਆਂ ਕਮੀਆਂ ਕਿਸੇ ਨੂੰ ਕਹਿਣ ਦੇ ਬਜਾਏ ਆਪਦੇ ਅੰਦਰ ਝਾਤੀ ਮਾਰਦਾ ਹੈ, ਆਪਦੇ ਅੰਦਰ ਨੂੰ ਖੋਜਦਾ ਵੀ ਮੈਂ ਤਾਂ ਹੀ ਕਹਾਂ ਜੇ ਮੈਂ ਪੂਰਾ ਹੋਵਾਂ ਤਾਂ ਸਤਿਗੁਰੂ ਪਾਤਸ਼ਾਹ ਇਹ ਸਮਝਾ ਰਹੇ ਵੀ ਉਹ ਆਪਦੇ ਫਿਰ ਜਿਹਨੂੰ ਜਿਹੜਾ ਸ਼ਬਦ ਨਾਲ ਜੁੜ ਗਿਆ, ਜਿਹਦੇ ਉੱਤੇ ਕਿਰਪਾ ਹੋ ਗਈ, ਉਹ ਫਿਰ ਦੂਜੇ ਨੂੰ ਕਹਿਣ ਦੇ ਬਜਾਏ ਆਪਦੇ ਅੰਤਰਾਤਮਾ ਹੀ ਟਿਕਿਆ ਰਹਿੰਦਾ ਅਤੇ ਆਪਦੇ ਅੰਦਰ ਹੀ ਖੋਜ ਕਰਦਾ, ਆਪਦੇ ਅੰਦਰ ਹੀ ਵੇਖਦਾ ਵੀ ਮੈਂ ਪੂਰਾ ਹੈ ਜਾਂ ਮੈਂ ਕਿਸੇ ਨੂੰ ਕਹਿਣ ਦੇ ਸਮਰੱਥ ਹੈ, ਇੰਨੇ ਜੋਗਾ ਮੈਂ ਹੋ ਗਿਆ। ਤਾਂ ਸਤਿਗੁਰੂ ਪਾਤਸ਼ਾਹ ਫਿਰ ਕਹਿੰਦੇ ਉਹ ਮਨੁੱਖ ਆਪਣਾ ਅੰਦਰ ਖੋਜਦਾ, ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ। ਫਿਰ ਅੱਗੇ ਫਰਮਾਨ ਹੈ, ਵਿਣ ਚਾਖੇ ਸਾਧ ਕਿਨੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀਆਇਆ। ਕਹਿੰਦੇ ਹੇ ਭਾਈ, ਨਾਮ ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ ਚੱਖਣ ਤੋਂ ਬਿਨਾਂ ਕਿਸੇ ਨੂੰ ਉਸ ਦਾ ਸਵਾਦ ਨਹੀਂ ਆਉਂਦਾ। ਹੁਣ ਕੋਈ ਚੀਜ਼ ਹੈ ਬਣੀ ਪਈ ਹੈ, ਜਿੰਨਾ ਚਿਰ ਉਹਨੂੰ ਚੱਖੇ ਨਾ, ਟੈਸਟ ਨਾ ਕਰੇ ਤਾਂ ਉਹਦਾ ਸਵਾਦ ਦੱਸ ਸਕਦਾ ਵੀ ਕਿਹੋ ਜਿਹਾ? ਨਹੀਂ ਦੱਸਿਆ ਜਾ ਸਕਦਾ। ਇਸ ਕਰਕੇ ਨਾਮ ਤਾਂ ਅੰਦਰ ਹੀ ਹੈ, ਪਰ ਉਹਨੂੰ ਚੱਖੇ ਤਾਂ ਸਹੀ ਨਾ, ਫਿਰ ਪਤਾ ਲੱਗੂਗਾ ਵੀ ਕਿੰਨਾ ਸਵਾਦ ਹੈ ਇਸ ਨਾਮ ਦਾ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਫਿਰ ਇਹ ਅੰਮ੍ਰਿਤ ਪਿਲਾਉਂਦਾ ਹੈ, ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ, ਉਹ ਨਾਮ ਜਲ ਪੀ ਕੇ ਉਸ ਅਵਸਥਾ 'ਤੇ ਪਹੁੰਚ ਜਾਂਦਾ ਹੈ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਤਾਹਾ ਹੈ। ਫਿਰ ਉਸ ਅਵਸਥਾ 'ਤੇ ਪਹੁੰਚ ਜਾਂਦਾ ਹੈ ਜਿੱਥੇ
ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ। ਕਹਿਣ ਦਾ ਭਾਵ ਅਮਰ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ ਨਾਮ ਅੰਮ੍ਰਿਤ ਦਾ ਸਵਾਦ ਆ ਜਾਂਦਾ। ਫਿਰ ਉਹਨੂੰ ਅੱਗੇ ਫਰਮਾਨ ਹੈ, ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਇਹ ਭਾਈ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ, ਆਪਦੇ ਆਪ ਨੂੰ ਪਛਾਣਦਾ ਰਹਿੰਦਾ, ਉਹ ਸਾਰੇ ਰੱਬੀ ਗੁਣਾਂ ਨਾਲ ਸਾਂਝ ਪਾ ਲੈਂਦਾ। ਸਾਰੇ ਹੀ ਰੱਬੀ ਗੁਣ ਹੈ ਜਿਹੜੇ, ਉਹਨਾਂ ਸਾਰਿਆਂ ਦੇ ਨਾਲ ਹੀ ਸਾਂਝ ਪਾ ਲੈਂਦਾ। ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ। ਫਿਰ ਫਰਮਾਨ ਹੈ, ਅਨ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾ ਹੈ। ਕਹਿੰਦੇ ਫਿਰ ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਅੰਦਰੋਂ ਮਾਇਆ ਦਾ ਮੋਹ ਹੈ ਜਿਹੜਾ ਉਸ ਨੂੰ ਦੂਰ ਕਰ ਲੈਂਦਾ। ਫਿਰ ਅੱਗੇ ਫਰਮਾਨ ਹੈ, ਗੁਰ ਸੇਵਾ ਤੇ ਸਭ ਕਿਛ ਪਾਏ, ਹਉਮੈ ਮੇਰਾ ਆਪ ਗਵਾਏ। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ, ਕਹਿੰਦੇ ਇਹ ਭਾਈ ਗੁਰੂ ਦੀ ਸ਼ਰਨ ਪੈਣ ਨਾਲ, ਗੁਰੂ ਦੀ ਦੱਸੀ ਹੋਈ ਸੇਵਾ ਕਰਨ ਦੇ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ। ਹਰੇਕ ਚੀਜ਼ ਉਹ ਮਨੁੱਖ ਹਉਮੈ ਮਮਤਾ ਆਪਾ ਭਾਵ ਇਹ ਸਭ ਕੁਛ ਦੂਰ ਕਰ ਲੈਂਦਾ ਹੈ। ਫਿਰ ਫਰਮਾਨ ਹੈ, ਆਪੇ ਕਿਰਪਾ ਕਰੇ ਸੁਖ ਦਾਤਾ, ਗੁਰ ਕੈ ਸ਼ਬਦੇ ਸੋਹਾਹੇ। ਹੀ ਭਾਈ ਜਿਸ ਮਨੁੱਖ ਉੱਤੇ ਸੁੱਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣਾ ਆਤਮਿਕ ਜੀਵਨ ਹੈ ਜਿਹੜਾ ਉਹ ਸੋਹਣਾ ਬਣਾ ਲੈਂਦਾ ਹੈ। ਫਿਰ ਅੱਗੇ ਫਰਮਾਨ ਹੈ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨ ਦਿਨ ਹਰ ਕਾ ਨਾਮ ਵਖਾਣੀ। ਨਹੀਂ ਭਾਈ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ। ਇਸ ਵਿੱਚ ਜੁੜ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹਦੇ ਵਿੱਚ ਬਾਣੀ ਦੇ ਵਿੱਚ ਜੁੜ ਕੇ ਹਰ ਵੇਲੇ ਨਾਮ ਸਿਮਰਿਆ ਕਰ, ਭਾਵ ਬਾਣੀ ਪੜ੍ਹਿਆ ਕਰ, ਉਹਨੂੰ ਵਿਚਾਰਿਆ ਕਰ ਤੇ ਅਮਲ ਕਰਿਆ ਕਰ। ਫਿਰ ਫਰਮਾਨ ਹੈ, ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲ ਤਾਹੀ। ਕਹਿੰਦੇ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਫਿਰ ਫਰਮਾਨ ਹੈ, ਸੇਵਕ ਸੇਵਹਿ ਸ਼ਬਦ ਸਲਾਹਿ, ਸਦਾ ਰੰਗ ਰਾਤੇ ਹਰ ਗੁਣ ਗਾਵਹਿ। ਕਹਿੰਦੇ ਭਾਈ ਪ੍ਰਭੂ ਦੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ। ਫਿਰ ਫਰਮਾਨ ਹੈ, ਆਪੇ ਬਖਸ਼ੇ ਸ਼ਬਦ ਮੇਂ ਲਾਏ, ਪਰਮਲ ਵਾਸ
मन ताहा है। नहीं भाई, जिस मनुख नूं प्रभु आप ही मेहर करके गुरु दे शब्द विच जोड़दा है, उस मनुख दे मन विच मानो चंदन दी सुगंधी पैदा हो जाती है। अंदर चंदन दी सुगंधी पैदा हो जाती, जिन्हों शब्द विच प्रभु मेहर करके जोड़ दिंदा है। फिर अगे फरमान है, शब्द अकथ कथे सालाही, मेरे प्रभ साचे वे प्रवाही। नहीं भाई, जिहड़ा मनुख गुरु दे शब्द दी राही अकथ प्रभु दे गुण बयान करता रहिंदा है, गुणगान करता रहिंदा है, सदा थिर बेपरवाह प्रभु दी सिफ़त सलाह करता रहिंदा है जिहड़ा। फिर फरमान है, आपे गुण दाता शब्द में लाए, शब्दे का रस ताहा है। कहंदे गुणां दी दात, गुणां दी दात करन वाला प्रभु आप ही उस नूं गुरु दे शब्द दे विच जोड़ी रखदा है। उस नूं शब्द दा आनंद फिर आउण लग जांदा है, रस आउण लग जांदा है शब्द दा। फिर अगे फरमान है, मनमुख भूला ठौर ना पाए, जो धुर लिखिया सो कर्म कमाए। नहीं भाई, मन का मुरीद मनुख जिहड़ा आपदे मन के पिछे तुरदा है, जीवन के सही रास्ते तो खुंझ जाता है। वो जीवन के सही रास्ते पर नहीं तुर सकता जिहड़ा आपदे मन के पिछे तुरदा है, भटकदा फिरदा है, उसनूं कोई भी टिकाणा नहीं मिलता। ठौर ना पाए, ठौर ना मतलब टिकाणा, कोई भी टिकाणा नहीं मिलता। पर कहते उस दे भी की वस है, सतगुरु पातशाह कहते जो धुर लिखिया सो कर्म कमाए। कहते उस दे पिछले कीते कर्मां अनुसार जो कुछ धुरों उस दे मत्थे लिखिया होया है, वो कर्म वो हुण कर रहा है। फिर अगे फरमान है, बिखिया राते बिखिया खोजै, मर जन्मै दुख ताहा ही। कहते माया, विख्या किनू कहते माया नूं, कहते माया दे रंग विच मस्त होण करके ओह हुण भी कहते माया दी भाल ही करदा फिरदा है। जिहड़ा मन दे पिछे तुरदा है ना, वो कहते माया दे रंग दे विच मस्त होण करके हुण भी माया दे विच ही भटकदा, माया दी भाल ही करदा फिरदा है। कदे मरदा है ते कदे जमदा है, भाव जन्म मरण दे गेड़ दे विच फिर पैंदा है। कदे हरख ते कदे सोग, भाव कदे खुशी ते कदे चिंता सोग। ये दुख कहते उस नूं वापरिया रहिंदा है। फिर अगे फरमान है, आपे आप सलाही, तेरे गुण प्रभ तुझ ही माही। नहीं भाई, जे कोई वडभागी सिफत सलाह कर रहा है उस परमात्मा की, तो उस दे विच बैठा भी प्रभु आप ही आप सिफत सलाह कर रहा है। जे कोई सिफत सलाह करता भी है ना, तो वो विच आप बैठा अकाल पुरख परमेश्वर आप ही कर रहा है। इस करके कहने, हे प्रभु तेरे गुण तेरे विच ही हन, जिहड़े तेरे गुण है वो तेरे विच ही हन, होर किसे विच नहीं है। तू आप सच्चा, तेरी बाणी सच्ची, आपे अलख अथाह है। हे प्रभु
तेरे वर्गा होर कोई नहीं है। हे प्रभु तू आप ही अटल है, ते तेरी सिफ सलाह दी बाणी भी अटल है। तू आप ही अलख ते अथा बेअंत है। फिर अगे फरमान है, बिन गुर दाते कोई न पाए, लख कोटि जे कर्म कमाए। हे भाई जे कोई मनमुख नाम तो बिना होर होर धार्मिक मिथे हुए कर्म करदा फिरे, नाम सिमरे ना, कहण दा भाव पुन्नदान बथेरा करदा फिरे, जिन्हों असीं पुन्नदान कहने उन्होंने धार्मिक कर्म कहते। सतगुरु पातशाह कहते वो भलां दी बथेरे करदा फिरे, सिफ सलाह दी दात देण वाले गुरु तो बिना कहते वो नाम दी दात हासिल नहीं कर सकता। फिर अगे फरमान है, गुर कृपा ते घट अंतर वसिया, शब्दे सच सलाहा ही। हे भाई गुरु की कृपा नाल जिस मनुख के हिरदे विच परमात्मा का नाम वस जाता है, वो मनुख गुरु के शब्द की राही सदा थिर उस अकाल पुरख परमेश्वर की सिफ सलाह करता रहिंदा है। फिर अगे फरमान है, से जन मिले तुर आप मिलाए, साची बाणी शब्द सुहाए। नहीं भाई जिन्हां मनुखां नूं धुरों अपने हुक्म नाल प्रभु अपने चरनां विच मिलाउंदा है, जोड़दा है, आपदी शरण दे विच रखदा है, उही मिलदे है। सिफ सलाह दी बाणी दी राही, गुरु दे शब्द दी राही कहंदे उन्हां दे जीवन है जिहड़े वो सोहणे बन जांदे है। फिर फरमान है, नानक जन गुण गावै नित साचे, गुण गावै गुणी समाही। नहीं नानक प्रभु दे सेवक सदा थिर प्रभु दे गुण गाउंदे हन। आओ कहंदे असीं भी उस अकाल पुरख दे असीं भी गुण गाइए, असीं भी उहदी सिफ सलाह करिए। जिहड़ा मनुख फिर सिफ सलाह करदा है, भाव नाम सिमरदा है, बाणी पढ़दा है, कहंदे वो गुणा दे मालक प्रभु दे विच समा जांदा, लीन हो जांदा है। सो अज दे विचारां दी समाप्ति है। विचारां करदिआं बेअंत पुनताइयां हो गईआं उन्हां सतगुरु पातशाह अते आप संगत बख्शणयोग हो। वाहिगुरू जी का खालसा, वाहिगुरू जी की फतेह।